सत श्री अकाल जी, स्वागत करते हैं साढ़े सारे दर्शकों का गूंजा सिख विरसे ਦੀਆਂ साड़ी खास पेशकश ਦੇ ਵਿੱਚ। बीते हफ्ते ਅਸੀਂ ਤੁਹਾਨੂੰ ਦਿਖਾਇਆ ਸੀਗਾ 20 ਤਰੀਕ ਦਾ ਉਹ ਸਮਾਗਮ ਜਿਹੜਾ ਭਾਰਤ ਸਰਕਾਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਲਾਲ ਕਿਲੇ ਵਿਖੇ ਮਨਾਇਆ ਗਿਆ ਸੀਗਾ। ਇਸ ਵਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ 21 ਅਪ੍ਰੈਲ ਦੇ ਸਮਾਗਮ ਦੀਆਂ ਜਿਹੜਾ ਭਾਰਤ ਸਰਕਾਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਹੋਇਆ। ਸੋ ਆਓ ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਹੈ ਗੂੰਜਾ ਸਿੱਖ ਵਿਰਸੇ ਦੀਆਂ। सो फिर शुरुआत करते हैं इस प्रोग्राम की। 21 अप्रैल को श्री गुरु तेग बहादुर साहब जी के 400 साला प्रकाश पुरब को मुख रखते हुए भारत सरकार तो दिल्ली सिख गुरुद्वारा प्रबंधक कमेटी के सहयोग के नाल दिल्ली के लाल किले विखे यह समागम करवाया गया। इस समागम के विच जिथे 400 रागी सिंघां वल्लों गुरबाणी का गायन किया गया, उत्थे ही प्रधानमंत्री नरेंद्र मोदी वल्लों भी शिरकत की गई। तू पर्वत मेरा ओलारा तू पर्वत मेरा ओलारा हवारी वंजा कोली वंजा तू पर्वत मेरा ओलारा पर्वत मेरा ओलारा पर्वत मेरा ओलारा हवारी वंजा खोली वंजा हवारी वंजा खोली वंजा हाँ बल जाए लख 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 बरिया हाँ बल जाए लख 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 बरिया हाँ बल जाई लख 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 बरिया हाँ बल जाई लख 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 बरिया जिन ब्रह्म परदा खोलारा जिन ब्रह्म परदा खोलारा हवारी वंजा खोली वंजा मिटे अंधारे तजे बिकारे मिटे अंधारे तजे बिकारे मिटे अंधारे तजे बिकारे मिटे अंधारे तजे बिकारे ठाकुर स्यो मन माना ठाकुर स्यो मन प्रभ जी भाणी पैन काणी 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 सफल जन्म परवाना हवारी वंजा खोली वंजा हवारी वंजा खोली वंजा ओ तू पर्वत मेरा ओलारा तू पर्वत मेरा ओलारा तू पर्वत मेरा ओलारा हवारी वंजा खोली वंजा हवारी वंजा खोली वंजा। ਧੰਨ ਧੰਨ ਸਾਹਿਬ श्री गुरु तेग बहादुर साहब महाराज जी जिन्हां दा प्रकाश दिहाड़ा बहुत ही शरधा
ਭਾਵਨਾ ਦੇ ਨਾਲ ਮਨਾ ਰਹੇ ਹੋ। ਵਡਭਾਗੀ ਹੋ। ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਚੱਲ ਕੇ ਅੱਜ ਇਸ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਗੁਰੂ ਸਾਹਿਬ ਜੀ ਦਾ 401ਵਾਂ ਇਹ ਅੱਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ। ਆਪ ਸਮੂਹ ਸਾਧ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਭਾਰਤ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਫੈਸਲਾ ਲਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਮਾਗਮ ਮਨਾਉਣ ਲਈ ਆਪਣਾ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਸਾਰੇ ਮੈਂਬਰ ਸਾਹਿਬਾਨ, ਦਿੱਲੀ ਦੀ ਸਮੂਹ ਸੰਗਤ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਇਸ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇੰਨਾ ਵੱਡਾ ਸਮਾਗਮ ਇਹ ਜਿਹੜਾ ਮਨਾਇਆ ਜਾ ਰਿਹਾ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ ਔਰ ਮੈਨੂੰ ਇਸ ਗੱਲ ਦਾ ਬੜਾ ਫਖਰ ਹੈ ਕਿ ਅੱਜ ਗੁਰੂ ਨਾਨਕ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਰੋੜਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋ ਕੇ ਇਸ ਲਾਲ ਕਿਲੇ ਦੇ ਸਥਾਨ ਤੇ, ਜਿੱਥੇ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਸੀ, ਉਸ ਸਥਾਨ ਦੇ ਉੱਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਗਾਇਨ ਹੋ ਰਹੀ ਹੈ। ਮਾਨਵਤਾ ਦੀ ਗੱਲ ਹੋ ਰਹੀ ਹੈ। ਧਰਮ ਦੀ ਆਜ਼ਾਦੀ ਦੀ ਗੱਲ ਹੋ ਰਹੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਇਹ ਪੁਰਬ ਮਨਾਉਂਦੇ ਹੋਏ ਮੈਂ ਆਪ ਜੀ ਨਾਲ ਸਾਂਝ ਪਾਉਣਾ ਚਾਹੁੰਦਾ ਕਿ ਸਟੇਜ ਤੇ ਸੱਜੇ ਹੋਏ 400 ਗੁਰੂ ਘਰ ਦੇ ਕੀਰਤਨੀਏ, ਜਿਹੜੇ ਕਿ ਭਾਈ ਮਨੋਹਰ ਸਿੰਘ ਜੀ ਦੇ ਉਪਰਾਲੇ ਦੇ ਸਦਕਾ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਅੱਜ ਦੇ ਇਸ ਸਮਾਗਮ ਦੀਆਂ ਤਿਆਰੀਆਂ ਕਰ ਰਹੇ ਹਨ। ਔਰ ਅੱਜ ਇਹ ਗੁਰੂ ਘਰ ਦੇ ਕੀਰਤਨੀਏ 400 ਕੀਰਤਨੀਏ, ਕਿਉਂਕਿ 400 ਚੌਥੀ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਮਨਾ ਰਹੇ ਹਾਂ। ਅੱਜ ਇਹ 400 ਗੁਰੂ ਘਰ ਦੇ ਕੀਰਤਨੀਏ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਸਮਾਗਮ ਦਾ ਨਾਮ ਅਲੌਕਿਕ ਸਮਾਗਮ ਹੈ ਔਰ ਇਹ ਵਾਕਿਆ ਹੀ ਅਲੌਕਿਕ ਹੋਣ ਜਾ ਰਿਹਾ ਹੈ। ਗੁਰੂ ਘਰ ਦੇ ਕੀਰਤਨੀਏ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਤਨ ਦਾਨ ਹਮਾਰੇ
ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬ੍ਰੇਕ ਤੇ ਜਾਣ ਤੋਂ ਪਹਿਲੇ ਅਸੀਂ ਤੁਹਾਨੂੰ ਦਿਖਾਇਆ ਸੀਗਾ ਕਿ ਕਿਵੇਂ 400 ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਗਾਇਨ ਕੀਤਾ ਗਿਆ ਸੀਗਾ ਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਮੌਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 400 ਰੁਪਏ ਦਾ ਸਿੱਕਾ ਜਾਰੀ ਕੀਤਾ ਤੇ ਨਾਲ ਹੀ ਡਾਕ ਟਿਕਟ ਵੀ ਜਾਰੀ ਕੀਤੀ ਗਈ। ਸਮੁੱਚੀ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 401ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ। ਵਧਾਈ ਦੇ ਪਾਤਰ ਇਹ ਸੰਗਤ ਜਿਹੜੀ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਅੱਜ ਇੱਥੇ ਆ ਕੇ ਆਪਣੇ ਗੁਰੂ ਨੂੰ ਨਤਮਸਤਕ ਹੋ ਰਹੀ ਹੈ। ਵਧਾਈ ਦੇ ਪਾਤਰ ਦੇਸ਼ ਦੀ ਕੇਂਦਰ ਦੀ ਸਰਕਾਰ ਜਿਨ੍ਹਾਂ ਨੇ ਇਹ ਅੱਜ ਦਾ ਸ਼ਤਾਬਦੀ ਸਮਾਰੋਹ ਜਿਹੜਾ ਲਾਲ ਕਿਲੇ ਦੇ ਉਸ ਮੈਦਾਨ ਦੇ ਵਿੱਚ ਰੱਖਿਆ, ਜਿਹਦੀਆਂ ਭਾਵਨਾਵਾਂ ਸਿੱਖਾਂ ਦੇ ਵਿੱਚ ਬਹੁਤ ਨੇ। ਕਿਉਂਕਿ ਜਿਸ ਵਕਤ ਗੁਰੂ ਕਾ ਸਿੱਖ ਸੀਸਗੰਜ ਸਾਹਿਬ ਨਤਮਸਤਕ ਹੋਣ ਜਾਂਦਾ, ਉਹ ਸਾਹਮਣੇ ਉਹ ਲਾਲ ਕਿਲੇ ਨੂੰ ਦੇਖ ਕੇ ਦਿਲਾਂ ਦੇ ਵਿੱਚ ਕਈ ਵਲਵਲੇ ਉੱਠਦੇ ਸੀ ਕਿ ਇਹ ਉਹ ਜਗ੍ਹਾ ਜਿੱਥੋਂ ਸਾਡੇ ਮਹਾਰਾਜ ਦਾ ਜਿੱਥੋਂ ਸ਼ਹੀਦੀ ਦਾ ਫਰਮਾਨ ਹੋਇਆ, ਉਸ ਸਥਾਨ ਨੂੰ ਦੇਖਦੇ ਸੀ। ਔਰ ਅੱਜ ਉਸੇ ਸਥਾਨ ਦੇ ਉੱਤੇ ਬੈਠ ਕੇ ਗੁਰੂ ਦੇ ਜਸ ਗਾਇਨ ਹੋ ਰਹੇ ਆ। ਮੈਂ ਕੇਂਦਰ ਦੀ ਸਰਕਾਰ ਦਾ ਔਰ ਖਾਸ ਤੌਰ ਕਰਕੇ ਨਰਿੰਦਰ ਮੋਦੀ ਜੀ ਦਾ, ਸਾਡੇ ਮਾਨਨੀय ਪ੍ਰਧਾਨ ਮੰਤਰੀ ਜੀ ਦਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੀ ਕਲਚਰਲ ਮਿਨਿਸਟਰੀ ਜੀ ਦਾ ਔਰ ਜਿਨ੍ਹਾਂ ਦੇ ਸਾਰੇ ਪ੍ਰਬੰਧ ਜਿਨ੍ਹਾਂ ਨੇ ਕੀਤੇ ਔਰ ਦੇਸ਼ ਦੇ ਅੱਜ ਵੱਖ-ਵੱਖ ਕੋਨੇ ਤੋਂ ਇੱਥੇ ਸੰਗਤ ਨੂੰ ਬੁਲਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਤੇਗ ਮਲ ਤੋਂ 13 ਸਾਲ ਦੀ ਉਮਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੇਗ ਬਹਾਈ ਔਰ ਤੇਗ ਬਹਾਦਰ ਦਾ ਖਿਤਾਬ ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਨੇ ਦਿੱਤਾ। 26 ਸਾਲ ਉਸ ਤੋਂ ਬਾਅਦ ਇੱਕ ਪੌਰੇ ਦੇ ਵਿੱਚ ਬਾਬਾ ਬਕਾਲੇ ਉਹਨਾਂ ਨੇ ਤਪ ਕੀਤਾ ਔਰ ਉਸ ਤਪ ਦਾ ਸਦਕਾ ਉਸ ਤੋਂ ਬਾਅਦ ਜਿਹੜੀ ਸ਼ਹੀਦੀ ਦਿੱਤੀ, ਮੈਂ ਸਮਝਦਾ ਕਿ ਸਿਰਫ ਤੇ ਸਿਰਫ ਉਸ ਇਬਾਦਤ ਦਾ ਸਦਕਾ ਜਿਹੜੀ ਸ਼ਹਾਦਤ ਹੋਈ। ਜਦ ਤੱਕ ਇਬਾਦਤ ਨਾ ਹੋਏ ਕਿ ਸ਼ਹੀਦੀ ਨਹੀਂ ਦੇ ਸਕਦਾ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਭਾਈ ਸਤੀਦਾਸ, ਭਾਈ ਮਤੀਦਾਸ, ਭਾਈ ਦਿਆਲਾ ਜੀ ਨੇ ਜਿਸ ਤਰੀਕੇ ਦੇ ਨਾਲ ਸ਼ਹਾਦਤਾਂ ਦਿੱਤੀਆਂ, ਮੈਂ ਸਮਝਦਾ ਕਿ ਅੱਜ ਬਹੁਤ ਵੱਡੀ ਗੁਰਤੀ ਅੱਜ ਗੁਰਸਿੱਖਾਂ ਨੂੰ ਮਿਲੀ ਹੈ। ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਖਾਲਸਾ ਪੰਥ ਦੀ ਸਾਜਨਾ ਹੋਈ, ਅਸੀਂ ਸਾਰੇ ਉਹਨੂੰ ਜਾਣਦੇ ਹਾਂ। ਅੱਜ ਗੁਰੂ ਕਾ ਸਿੱਖ ਇਸ ਮੈਦਾਨ ਦੇ ਵਿੱਚ ਆਪਣੀ ਕੇਂਦਰ ਦੀ ਸਰਕਾਰ ਦੇ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਇਹ ਪਰਵ ਮਨਾ ਰਿਹਾ, ਮੈਂ ਸਮਝਦਾ ਕਿ ਬਹੁਤ ਵੱਡਾ ਹੱਕ ਸੀ ਸਾਡਾ। ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜੀਆਂ ਲੜਾਈਆਂ ਲੜੀਆਂ, ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੇ ਲਈ ਜਿਹੜੀਆਂ ਲੜਾਈਆਂ ਲੜੀਆਂ, ਇਸ ਦੇਸ਼ ਦੇ ਉਸ ਧਰਮ ਗ੍ਰੰਥਾਂ ਨੂੰ ਬਚਾਉਣ ਲਈ ਜਿਹੜੀ ਲੜਾਈ ਲੜੀ ਹੈ, ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਸਿੱਖ ਕੌਮ ਦਾ। ਔਰ ਅੱਜ ਸਾਨੂੰ ਮੈਂ ਸਮਝਦਾ ਕਿ ਬਹੁਤ ਵੱਡੀ ਰਾਹਤ ਮਿਲੀ ਹੈ ਕਿ ਇਸ ਸਥਾਨ ਦੇ ਉੱਤੇ ਸਾਡੀ ਸਰਕਾਰ ਨੇ ਸਾਡੀ ਗੱਲ ਸੁਣਦੇ ਹੋਏ ਇਹ ਪ੍ਰੋਗਰਾਮ ਰੱਖਿਆ। ਮੈਂ ਧੰਨਵਾਦ ਕਰਾਂਗਾ ਪ੍ਰਧਾਨ ਮੰਤਰੀ ਜੀ ਦਾ, ਜਿਨ੍ਹਾਂ ਨੇ ਹਮੇਸ਼ਾ ਸਾਡੀਆਂ ਗੱਲਾਂ ਮੰਨੀਆਂ। ਜਿਸ ਤਰੀਕੇ ਦੇ ਨਾਲ ਹੁਣੇ ਤੁਹਾਨੂੰ ਦੱਸਿਆ ਕਿ ਭਾਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਹੋਏ, ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਆਪਣੀ ਫਿਲਾਸਫੀ ਕਿ ਡਾਇਲੌਗ ਦੇ ਸਦਕੇ ਇੰਨੀ ਵੱਡੀ ਮੈਂ ਸਮਝਦਾ ਕਿ ਗੱਲ ਹੋ ਸਕੀ ਹੈ। ਮੁਮਕਿਨ ਕਿ ਬਿਨਾਂ ਕਿਸੇ ਤਲਵਾਰ ਚਲਾਏ, ਬਿਨਾਂ ਕਿਸੇ ਬੰਦੂਕ ਚਲਾਏ, ਇੰਨੀ ਵੱਡੀ ਅਰਦਾਸਾਂ ਜਿਹੜੀਆਂ 70 ਸਾਲਾਂ ਤੋਂ ਸਿੱਖ ਕੌਮ ਕਰਦੀ ਸੀ ਕਿ ਉਹਨਾਂ ਪਵਿੱਤਰ ਗੁਰੂ ਧਾਮਾਂ ਦੇ ਦਰਸ਼ਨ ਦੀਦਾਰਿਆਂ ਦੀ, ਜਿਨ੍ਹਾਂ ਨੂੰ ਅਸੀਂ ਪੰਥ ਤੋਂ ਵਿਛੋੜ ਚੁੱਕੇ ਸੀ, ਅੱਜ ਉਹਨਾਂ ਦੇ ਬਾਰੇ ਜੋ ਕੁਝ ਕੀਤਾ, ਬਹੁਤ ਕੁਝ ਡਿਟੇਲ ਵਿੱਚ ਗੱਲਾਂ ਕਰਨ ਜੋਗੀਆਂ ਜਿਹੜੀਆਂ ਮੇਰੇ ਤੋਂ ਪਹਿਲੇ ਹੁਣੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਉਹਨਾਂ ਨੇ ਕੀਤੀਆਂ। ਮੈਂ 2-3 ਬੇਨਤੀਆਂ ਜ਼ਰੂਰ ਹੋਰ ਕਰਾਂਗਾ ਪ੍ਰਧਾਨ ਸਾਹਿਬ ਜੀ ਨੂੰ, ਕਿਉਂਕਿ ਬਹੁਤ ਵੱਡੀ ਮੰਗ ਦਿੱਲੀ ਦੀ ਸੰਗਤ ਦੀ ਹਮੇਸ਼ਾ ਰਹੀ ਹੈ। ਜਿਹੜੀ ਅਸੀਂ ਤੁਹਾਨੂੰ ਇੱਕ ਮੰਗ ਪੱਤਰ ਵੀ ਦਿੱਤਾ ਸੀ ਕਿ ਦਿੱਲੀ ਦੇ ਵਿੱਚ ਸਿੱਖਾਂ ਦੀ ਆਪਣੀ ਯੂਨੀਵਰਸਿਟੀ ਹੋਵੇ, ਉਹਦੇ ਬਾਰੇ ਵੀ ਤੁਸੀਂ ਸਾਨੂੰ ਵਾਅਦਾ ਕੀਤਾ ਸੀ ਕਿ ਇਹਦੇ ਉੱਤੇ ਮੈਂ ਜ਼ਰੂਰ ਕੰਮ ਕਰਾਂਗਾ। ਅੱਜ ਦੇਸ਼ ਦੁਨੀਆ ਜਿੱਥੇ ਪਰਬ ਮਨਾ ਰਹੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਮੰਗ ਹੋਰ ਸਿੱਖਾਂ ਦੀ ਬਹੁਤ ਵੱਡੀ ਹੈ। ਮੈਂ ਸਮਝਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਕਿਸੇ ਮੁਹਤਾਜ ਨਹੀਂ ਹੈ ਕਿਸੇ ਦਾ ਕਿਸੇ ਦੇ, ਮਗਰ ਦੇਸ਼ ਤੋਂ ਦੁਨੀਆ ਤੋਂ ਵੱਖ-ਵੱਖ ਕੋਨੇ ਤੋਂ ਜਦ ਲੋਕ ਇਸ ਸਥਾਨ ਦੇ ਉੱਤੇ ਆਉਂਦੇ ਆ ਦਿੱਲੀ ਦੇ ਵਿੱਚ, ਅਸੀਂ ਚਾਹੁੰਦੇ ਹਾਂ ਕਿ ਦਿੱਲੀ ਦੇ ਉਸ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦੇ ਉੱਤੇ ਪਾਸ ਕੀਤਾ ਜਾਏ। ਐਸੀਆਂ ਕਈ ਮੰਗਾਂ ਹੋਰ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਬੈਠ ਕੇ ਵੀ ਵਿਚਾਰਾ ਕਰਾਂਗੇ। ਸਿੱਖਾਂ ਦੇ ਵਿੱਚ ਬਹੁਤ ਵਲਵਲੇ ਨੇ ਔਰ ਬਹੁਤ ਚਾਅ ਹੈ ਔਰ ਆਸ ਹੈ, ਕਿਉਂਕਿ ਆਸ ਉਸ ਤੋਂ ਹੁੰਦੀ ਹੈ ਜਿਹਨੇ ਹਮੇਸ਼ਾ ਤੁਹਾਡੀ ਗੱਲ ਮੰਨੀ ਹੋਏ ਔਰ ਹਮੇਸ਼ਾ ਤੁਸੀਂ ਸਾਡੀਆਂ ਗੱਲਾਂ ਮੰਨੀਆਂ। ਕੌਮ ਦੀ ਵੱਡੀ
ਬਹੁਤ ਵੱਡੀਆਂ ਤੁਸੀਂ ਇਹ ਸਾਨੂੰ ਜਿਹੜੀਆਂ ਸੰਤੁਸ਼ਟੀਆਂ ਦਿੱਤੀਆਂ ਨੇ, ਬਹੁਤ ਵੱਡੇ ਕਾਰਜ ਕੀਤੇ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਆਸ ਵੀ ਰੱਖਦਾ ਕਿ ਤੁਸੀਂ ਇਹ ਸਾਡੀਆਂ ਹੋਰ ਮੰਗਾਂ ਵੀ ਪੂਰੀਆਂ ਕਰ ਸਕੋ। ਮੈਂ ਗੁਰੂ ਚਰਨਾਂ 'ਚ ਅਰਦਾਸ ਕਰਦਾ ਕਿ ਜਿਸ ਭਾਵਨਾ ਦੇ ਨਾਲ ਤੁਸੀਂ ਇਸ ਪੁਰਬ ਨੂੰ ਮਨਾਇਆ, ਮਹਾਰਾਜ ਤੁਹਾਡੀਆਂ ਹਮੇਸ਼ਾ ਖੁਸ਼ੀਆਂ ਨਾਲ ਝੋਲੀਆਂ ਭਰ ਕੇ ਰੱਖਣ। ਮਹਾਰਾਜ ਤੁਹਾਨੂੰ ਐਸੀ ਤਰੀਕੇ ਨਾਲ ਤੰਦਰੁਸਤੀਆਂ ਬਖਸ਼ਣ, ਤੁਸੀਂ ਦੇਸ਼ ਕੌਮ ਦੀ ਵੱਡੀ ਸੇਵਾ ਕਰ ਸਕੋ। ਮੈਂ ਇੱਕ ਵਾਰ ਆਈ ਸੰਗਤ ਦਾ ਫਿਰ ਤੋਂ ਲੱਖ ਲੱਖ ਧੰਨਵਾਦ ਕਰਦਾ ਸੰਗਤ ਜਿਹੜੀਆਂ ਬਹੁਤ ਖੇਚਲਾਂ ਤੋਂ ਬਾਅਦ, ਕਿਉਂਕਿ ਇੱਕ ਸਿਸਟਮ ਹੁੰਦਾ ਸਿਕਿਉਰਿਟੀ ਦਾ, ਉਸ ਦੇ ਬਾਵਜੂਦ ਵੀ ਇੰਨੀ ਗਰਮੀ ਦੇ ਵਿੱਚ ਸ਼ਾਮ ਤੋਂ ਆ ਕੇ ਇੱਥੇ ਬੈਠੀ ਹੈ। ਬਹੁਤ ਬਹੁਤ ਧੰਨਵਾਦ। लाल किला कितने ही अहम कालखंडों का साक्षी रहा है। इस किले ने गुरु तेग बहादुर साहब की शहादत को भी देखा है और देश के लिए मर मिटने वाले लोगों के हौसले को भी परखा है। आजादी के बाद के 75 वर्षों में भारत के कितने ही सपनों की गूंज यहां से प्रतिध्वनित हुई है। इसलिए आजादी के अमृत महोत्सव के दौरान लाल किले पर हो रहा ये आयोजन बहुत विशेष हो गया है। साथियों, हम आज जहां हैं, अपने लाखों करोड़ों स्वाधीनता सेनानियों के त्याग और बलिदान के कारण है। देश में मजहबी कट्टरता की आंधी आई थी। धर्म को दर्शन, विज्ञान और आत्मशोध का विषय मानने वाले हमारे हिंदुस्तान के सामने ऐसे लोग थे जिन्होंने धर्म के नाम पर हिंसा और अत्याचार की पराकाष्ठा कर दी थी। उस समय भारत को अपनी पहचान बचाने के लिए एक बड़ी उम्मीद गुरु तेग बहादुर साहब के रूप में दिखी थी। औरंगजेब की आतताई सोच के सामने उस समय गुरु तेग बहादुर जी हिंद दी चादर बनकर, एक चट्टान बनकर खड़े हो गए थे। इतिहास गवाह है कि वर्तमान समय गवाह है और ये लाल किला भी गवाह है कि औरंगजेब और उसके जैसे अत्याचारियों ने भले ही अनेकों सिरों को धड़ से अलग करा, लेकिन हमारी आस्था को वो हमसे अलग नहीं कर सका। गुरु तेग बहादुर जी के बलिदान ने भारत की अनेकों पीढ़ियों को अपनी संस्कृति की मर्यादा की रक्षा के लिए, उसके मान सम्मान के लिए जीने और मर मिट जाने की प्रेरणा दी है। अपनी सरकार का सौभाग्य मानता हूं कि उसे गुरुओं की सेवा के लिए इतना कुछ करने का अवसर मिल रहा है। पिछले वर्ष ही हमारी सरकार ने साहिबजादों के महान बलिदान की स्मृति में 26 दिसंबर को वीर बाल दिवस मनाने का निर्णय किया है। सिख परंपरा के तीर्थों को जोड़ने के लिए भी हमारी सरकार निरंतर प्रयास कर रही है। जिस करतारपुर साहिब कॉरिडोर की दशकों से प्रतीक्षा की जा रही थी, उसका निर्माण करके हमारी सरकार ने गुरु सेवा के लिए अपनी प्रतिबद्धता दिखाई है। हमारी सरकार ने पटना साहिब समेत गुरु गोविंद सिंह जी से जुड़े स्थानों पर रेल सुविधाओं का आधुनिकीकरण भी किया है। हम स्वदेश दर्शन योजना के जरिए पंजाब में आनंदपुर साहिब और अमृतसर में अमृतसर साहिब समेत सभी प्रमुख स्थानों को जोड़कर एक तीर्थ सर्किट भी बना रहे हैं। उत्तराखंड में
हेमकुंड साहब के लिए रोपवे बनाने का काम अभी आगे बढ़ रहा है। साथियों, श्री गुरु ग्रंथ साहिब जी हमारे लिए आत्म कल्याण के पथ प्रदर्शक के साथ साथ भारत की विविधता और एकता का जीवंत स्वरूप भी है। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।